ਐਜ਼ ਪਰ ਲਾਅ ਜਿੰਨਾ ਕੈਸ਼ ਚਾਹੀਦਾ ਘਰ ਦੇ ਵਿੱਚ ਤੇ ਉਹ ਉਨਾ ਹੀ ਸੀਗਾ ਤੇ ਇਸੇ ਕਰਕੇ ਉਹ ਗੋਲਡ ਵੀ ਵਾਪਸ ਕਰਕੇ ਗਏ ਨੇ ਤੇ ਸਾਡੇ ਜਿਹੜੇ ਬੈਂਕ ਅਕਾਊਂਟ ਨੇ ਉਹ ਸਾਰੇ ਲੀਗਲ ਸੀਗੇ, ਉਹਨਾਂ ਨੇ ਕੋਈ ਸੀਜ਼ ਨਹੀਂ ਕੀਤਾ। ਸੋ ਜਿੰਨੀ ਪ੍ਰਾਪਰਟੀ ਆ ਸਾਡੇ ਕੋਲੇ ਉਹ ਸਾਰੀ ਜਿਹੜੀ ਹੈਗੀ ਆ ਲੀਗਲ ਹੈਗੀ ਆ ਤੇ ਡਿਕਲੇਅਰਡ ਹੈਗੀ ਆ ਇਨਕਮ ਟੈਕਸ ਦੇ ਕੋਲੇ। ਜਿੰਨੇ ਜ਼ਮੀਨ ਆ, ਫਾਰਮ ਨੇ, ਸ਼ਹਿਰੀ ਜ਼ਮੀਨ ਆ, ਪਿੰਡੂ ਜ਼ਮੀਨ ਆ ਸਾਰੀ, ਜਾਂ ਦੂਜੀ ਸਟੇਟ ਦੇ ਵਿੱਚ ਵੀ ਆ, ਉਹ ਵੀ ਸਾਰੀ ਡਿਕਲੇਅਰਡ ਹੈਗੀ ਇਹਨਾਂ ਕੋਲੇ। ਆਪ ਕਿਸਾਨ ਆ, ਸੰਘਰਸ਼ ਨਾਲ ਵੀ ਜੁੜੇ ਹੋਏ ਆ, ਕਿਸਾਨਾਂ ਦੀ ਮਦਦ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਡਟ ਕੇ ਕਰਾਂਗੇ। ਸੋ ਠੀਕ ਆ, ਅਸੀਂ ਆਪਣੇ ਅਸੂਲਾਂ 'ਤੇ ਚੱਲ ਰਹੇ ਹਾਂ, ਉੱਥੇ ਚੱਲਾਂਗੇ। ਅੱਗੇ ਬਾਈ ਇਲੈਕਸ਼ਨ ਦੇ ਵਿੱਚ ਵੀ ਸਰਕਾਰ ਨੇ ਬੜੀਆਂ ਧਮਕੀਆਂ ਦਿੱਤੀਆਂ ਤੇ ਉਦੋਂ ਵੀ ਅਸੀਂ ਕੋਈ ਪਰਵਾਹ ਨਹੀਂ ਕੀਤੀ ਤੇ ਹੁਣ ਕੇਂਦਰ ਦੀ ਸਰਕਾਰ ਆ, ਚਾਹੇ ਉਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿੱਥੇ ਸਾਡਾ ਸਟੈਂਡ ਆ, ਅਸੀਂ ਪਹਿਲੇ ਦਿਨ ਤੋਂ ਹੀ ਜਿੱਦਣ ਦੇ ਆਰਡੀਨੈਂਸ ਆਏ ਆ ਇਹਦਾ ਵਿਰੋਧ ਕਰ ਰਹੇ ਹਾਂ। ਕਾਨੂੰਨ ਬਣੇ ਫਿਰ ਵੀ ਵਿਰੋਧ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਾਂਗੇ ਜਦ ਤੱਕ ਇਹ ਰੱਦ ਨਹੀਂ ਹੋ ਜਾਂਦੇ। ਬਿਜ਼ਨਸ ਕਰਦੇ ਹਾਂ ਐਜ਼ ਏ ਕੋਲੋਨਾਈਜ਼ਰ, ਆਪਦੇ ਇਸ ਇਲਾਕੇ ਦੇ ਵਿੱਚ ਬੜਾ ਸਾਫ਼ ਸੁਥਰਾ ਤੇ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹਾਂ, ਲੋਕਾਂ ਨਾਲ ਖੜ੍ਹੇ ਹਾਂ, ਹਰ ਇੱਕ ਦਾ ਡਟ ਕੇ ਸਾਥ ਦਿੰਦੇ ਹਾਂ, ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਕਰਨਾ, ਕੋਈ ਸਾਨੂੰ ਕੋਈ ਲਾਲਚ ਨਹੀਂ। ਪਰਮਾਤਮਾ ਦਾ ਬੜਾ ਕੁਝ ਦਿੱਤਾ ਹੋਇਆ, ਪੈਸਾ ਕਮਾਉਣਾ ਸਾਡਾ ਏਜੰਡਾ ਨਹੀਂ ਹੈਗਾ। ਮੁੱਲਾਂਪੁਰ ਦਾਖਾ ਦੇ ਐਮਐਲਏ ਮਨਪ੍ਰੀਤ ਇਆਲੀ ਅਤੇ ਉਹਨਾਂ ਦੇ ਜਿਹੜੇ ਹੋਰ ਠਿਕਾਣੇ ਸੀਗੇ, ਜਿਹੜੇ ਉਹਨਾਂ ਦੇ ਆਫਿਸ ਸੀਗੇ, ਉਹਨਾਂ ਤੇ ਇਨਕਮ ਟੈਕਸ ਦੀ ਰੇਡ ਜਿਹੜੀ ਕੱਲ ਸਵੇਰ ਤੋਂ ਚੱਲ ਰਹੀ ਸੀਗੀ, ਹੁਣ ਉਹ ਰੇਡ ਜਿਹੜੀ ਹੈ ਖਤਮ ਹੋ ਚੁੱਕੀ ਹੈ। ਇਨਕਮ ਟੈਕਸ ਦੇ ਅਧਿਕਾਰੀ ਹੁਣ ਇੱਥੋਂ ਜਾ ਚੁੱਕੇ ਨੇ। ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਇਆਲੀ ਸਰ। ਕੱਲ ਸਵੇਰੇ 6 ਵਜੇ ਤੋਂ ਲਗਾਤਾਰ ਰੇਡ ਚੱਲ ਰਹੀ ਸੀ, ਕਰੀਬ 36 ਘੰਟੇ ਤੋਂ ਵੱਧ ਰੇਡ ਚੱਲੀ ਹੈ। ਕੀ ਇਸ ਰੇਡ ਦਾ ਕਾਰਨ ਕੀ ਸੀਗਾ ਤੇ ਕੀ ਨਿਕਲ ਕੇ ਸਾਹਮਣੇ ਆਇਆ? ਦੇਖੋ, ਜਿਹੜੀ ਕੱਲ ਸਵੇਰੇ ਤੋਂ ਸਰਚ ਇਹਨਾਂ ਨੇ ਕੀਤੀ ਹੈ ਨਾ ਸਾਰੀ, ਤੇ ਉਹਦੇ ਵਿੱਚ ਜੋ ਸਾਡੇ ਕੋਲੇ ਗੋਲਡ ਚਾਹੀਦਾ ਜਿੰਨਾ ਐਜ਼ ਪਰ ਲਾਅ, ਜਿੰਨਾ ਕੈਸ਼ ਚਾਹੀਦਾ ਘਰ ਦੇ ਵਿੱਚ ਤੇ ਉਹ ਉਨਾ ਹੀ ਸੀਗਾ ਤੇ ਇਸੇ ਕਰਕੇ ਉਹ ਗੋਲਡ ਵੀ ਵਾਪਸ ਕਰਕੇ ਗਏ ਨੇ ਤੇ ਸਾਡੇ ਜਿਹੜੇ ਬੈਂਕ ਅਕਾਊਂਟ ਨੇ ਉਹ ਸਾਰੇ ਲੀਗਲ ਸੀਗੇ, ਉਹਨਾਂ ਨੇ ਕੋਈ ਸੀਜ਼ ਨਹੀਂ ਕੀਤਾ। ਸੋ ਜਿੰਨੀ ਪ੍ਰਾਪਰਟੀ ਆ ਸਾਡੇ ਕੋਲੇ ਉਹ ਸਾਰੀ ਜਿਹੜੀ ਹੈਗੀ ਆ ਲੀਗਲ ਹੈਗੀ ਆ ਤੇ ਡਿਕਲੇਅਰਡ ਹੈਗੀ ਆ ਇਨਕਮ ਟੈਕਸ ਦੇ ਕੋਲੇ। ਜਿੰਨੇ ਜ਼ਮੀਨ ਆ, ਫਾਰਮ ਨੇ, ਸ਼ਹਿਰੀ ਜ਼ਮੀਨ ਆ, ਪਿੰਡੂ ਜ਼ਮੀਨ ਆ ਸਾਰੀ, ਜਾਂ ਦੂਜੀ ਸਟੇਟ ਦੇ ਵਿੱਚ ਵੀ ਆ, ਉਹ ਵੀ ਸਾਰੀ ਡਿਕਲੇਅਰਡ ਹੈਗੀ ਇਹਨਾਂ ਕੋਲੇ। ਸੋ ਇਸੇ ਕਰਕੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ, ਅਕਾਊਂਟ ਸਾਰੇ ਡਿਕਲੇਅਰਡ ਸੀਗੇ। ਸੋ ਕਿਉਂਕਿ ਸਾਰੀ ਜੱਦੀ ਜਾਇਦਾਦ ਹੈਗੀ ਆ, ਪੁਸ਼ਤਾਂ ਤੋਂ ਵਿਰਾਸਤ ਜਿਹੜੀ ਆਈ ਹੋਈ ਆ ਉਹ ਠੀਕ ਅੱਜ ਸ਼ਹਿਰ ਦੇ ਵਿੱਚ ਆ ਗਈ। ਪਿਛਲੇ 28-30 ਸਾਲਾਂ ਤੋਂ, ਜਿਵੇਂ 1994 ਦੇ ਵਿੱਚ ਇੱਥੇ ਸ਼ਹਿਰ ਆਇਆ, ਉਦੋਂ ਤੋਂ ਇੱਥੇ ਜ਼ਮੀਨਾਂ ਵਿਕਣੀਆਂ ਸ਼ੁਰੂ ਹੋਈਆਂ ਤੇ ਉਹਨੂੰ ਵੇਚ ਕੇ ਅਸੀਂ ਅੱਗੇ ਜ਼ਮੀਨਾਂ ਖਰੀਦ ਰਹੇ ਹਾਂ। ਫਿਰ ਅਸੀਂ ਐਜ਼ ਏ ਕੋਲੋਨਾਈਜ਼ਰ ਕੰਮ ਕਰ ਰਹੇ ਹਾਂ, ਕਿਉਂਕਿ ਪਹਿਲਾਂ ਕੋਲੋਨਾਈਜ਼ਰ ਸੀ, ਬੜਾ ਖਰਾਬ ਕਰਦੇ ਸੀ ਕਿਸਾਨਾਂ ਨੂੰ, ਤੇ ਅਸੀਂ ਬੜਾ ਸਾਫ਼ ਸੁਥਰਾ ਜਿਹੜਾ ਬਿਜ਼ਨਸ ਕਰ ਰਹੇ ਹਾਂ। ਠੀਕ ਆ, ਉਹਨਾਂ ਨੇ ਆਪਣੀ ਭੁਲੇਖਾ ਹੁੰਦਾ ਉਹ ਸਰਚ। ਅੱਗੇ ਵੀ ਮੇਰੇ 1999 ਦੇ ਵਿੱਚ ਵੀ ਰੇਡ ਹੋਈ ਸੀ ਦਿੱਲੀ ਤੋਂ, ਉਸ ਟਾਈਮ ਵੀ ਉਹਨਾਂ ਨੇ ਸਰਚ ਕੀਤੀ ਤੇ ਉਸ ਤੋਂ ਬਾਅਦ ਜਦੋਂ ਕੇਸ ਅਸੀਂ ਜਵਾਬ ਦਿੱਤੇ ਹਰ ਚੀਜ਼ ਦੇ, ਤਾਂ ਉਹਦੇ ਵਿੱਚ ਜ਼ੀਰੋ ਇਨਕਮ ਟੈਕਸ ਲੱਗਿਆ ਸੀਗਾ ਉਦੋਂ, ਤੇ ਹੁਣ ਵੀ ਸੇਮ ਹੋਊਗਾ ਜ਼ੀਰੋ। ਪਹਿਲਾਂ ਜਿੰਨਾ ਚਾਹੀਦਾ ਉਸ ਤੋਂ ਵੱਧ ਭਰਿਆ ਹੀ ਹੋਊਗਾ। ਹਰ ਚੀਜ਼ ਡਿਕਲੇਅਰਡ ਆ ਤੇ ਜਿੰਨਾ ਟੈਕਸ ਬਣਦਾ ਅਸੀਂ ਗਵਰਨਮੈਂਟ ਨੂੰ ਪੂਰਾ ਦਿੰਦੇ ਆ। ਉਹਨਾਂ ਨੂੰ ਡਾਊਟ ਹੁੰਦਾ ਪਤਾ ਨਹੀਂ ਸ਼ਾਇਦ ਘੱਟ ਦਿੰਦੇ ਆ। ਲਗਾਤਾਰ ਤੁਸੀਂ ਦੱਸ ਰਹੇ ਹੋ ਕਿ ਸਾਰੀ ਚੀਜ਼ ਡਿਕਲੇਅਰਡ ਸੀਗੀ, ਜੋ ਜਿਸ ਹਿਸਾਬ ਨਾਲ ਐਜ਼ ਪਰ ਰੂਲ ਦੇ ਹਿਸਾਬ ਨਾਲ ਤੁਸੀਂ ਸਾਰਾ ਪਹਿਲਾਂ ਹੀ ਇਨਕਮ ਟੈਕਸ ਦੇ ਵਿੱਚ ਦੱਸਿਆ ਹੋਇਆ ਸੀਗਾ। ਕਾਰਨ ਕੀ ਰਿਹਾ? ਪਰ 36 ਘੰਟੇ ਤੋਂ ਲਗਾਤਾਰ ਰੇਡ ਚੱਲ ਰਹੀ ਸੀ, ਵੱਖ-ਵੱਖ ਠਿਕਾਣਿਆਂ ਤੇ ਚੱਲਦੀ ਰਹੀ। ਇਸ ਸਾਰੀ ਰੇਡ ਦੇ ਪਿੱਛੇ ਕਾਰਨ ਕੀ ਲੱਗਦਾ ਤੁਹਾਨੂੰ? ਦੇਖੋ, ਕੋਈ ਡਾਕੂਮੈਂਟ ਜਿਹੜੇ ਵੀ ਮਿਲਦੇ ਆ ਉਹ ਪੁੱਛਦੇ ਆ ਵੀ ਡਾਕੂਮੈਂਟ ਕੀ ਆ ਨਾ। ਇੱਥੇ ਮੇਰਾ ਖਿਆਲ ਮੇਰੇ ਕੋਲ ਤੱਬਾ ਦਾ ਡਾਕੂਮੈਂਟ ਉਹ ਸੀਗੇ ਵੀ ਜਿਹੜੇ ਲੋਕਾਂ ਦੇ ਰਾਜੀਨਾਮੇ ਸੀਗੇ, ਉਹ ਦੱਸਣਾ ਪੈਂਦਾ ਵੀ ਫਲਾਣੇ ਪਿੰਡ ਦਾ ਰਾਜੀਨਾਮੇ ਦਾ, ਫਲਾਣੇ ਦਾ, ਕੋਈ ਲੋਕਾਂ ਦੇ ਕੰਮ। ਇੰਨਾ ਡਾਕੂਮੈਂਟ ਤਾਂ ਉਹੀ ਸੀਗੇ, ਕਿਉਂਕਿ ਆਹ ਗੈਸਟ ਹਾਊਸ ਸਿਰਫ ਪਬਲਿਕ ਲਈ ਆ ਨਾ। ਇੱਥੇ ਇੰਨੇ ਡਾਕੂਮੈਂਟ ਸੀ ਜਿਹੜੇ ਉਹਨਾਂ ਨੇ ਸਿੱਟ ਕੇ ਗਏ ਤੇ ਸਾਰੇ ਛੱਡ ਕੇ ਇੱਥੇ। ਠੀਕ ਨਹੀਂ ਗੱਲ? ਜੇ ਕੋਈ ਜਿਹੜਾ ਡਾਕੂਮੈਂਟ ਉਹਨਾਂ ਨੇ ਸਰਚ ਪਰ ਪੁੱਛਣਾ ਹਰ ਇੱਕ ਬਾਰੇ ਹੁੰਦਾ ਨਾ ਵੀ ਆਹ ਕੀ ਹੈ, ਦਾ ਕੀ ਆ, ਉਹਨਾਂ ਨੂੰ ਲੱਗਦਾ ਵੀ ਸਾਡੇ ਨਹੀਂ ਕੰਮ ਦਾ, ਉਹ ਛੱਡ ਹੀ ਜਾਂਦੇ ਨੇ। ਜੇ ਕੋਈ ਲੈ ਕੇ ਜਾਣਾ ਤਾਂ ਲੈ ਜਾਓ, ਉਹ ਵੀ ਸਾਡੀ ਡਿਕਲੇਅਰਡ ਹੈਗੀ ਜਿਹੜੇ ਲੈ ਕੇ ਗਏ ਨੇ। ਸੋ ਗੋਲਡ ਮੈਂ ਪਹਿਲਾਂ ਦੱਸਿਆ ਵੀ ਉਹ ਵੀ ਸਾਰਾ ਸਾਨੂੰ ਵਾਪਸ ਕਰਕੇ ਗਏ ਨੇ, ਕੋਈ ਬੈਂਕ ਅਕਾਊਂਟ ਸੀਜ਼ ਨਹੀਂ ਕੀਤਾ ਗਿਆ। ਸੋ ਹਰ ਚੀਜ਼ ਡਿਕਲੇਅਰਡ ਹੈਗੀ ਆ ਤੇ ਜੱਦੀ ਜਾਇਦਾਦ ਹੈਗੀ ਆ, ਤੇ ਉਹ ਹੋਰ ਗੱਲ ਕੋਈ ਡਾਕੂਮੈਂਟ ਜਾਂ ਕੋਈ ਹੋਰ ਚੀਜ਼ ਜਿਹੜੀ ਹੈਗੀ ਵੈਰੀਫਾਈ ਕਰਨ ਵਾਸਤੇ ਇੱਥੋਂ ਦੀ ਲੈ ਕੇ ਗਏ ਨੇ, ਕੁਝ ਜੋ ਸੀਜ਼ ਕੀਤਾ ਹੋਵੇ ਜਾਂ ਕੁਝ ਇੱਥੋਂ ਦੀ ਲੈ ਕੇ ਗਏ ਹੋਣ? ਜਿਹੜਾ ਫੋਨ 'ਚ ਕੋਈ ਡਾਟਾ ਹੁੰਦਾ ਉਹ ਆਪਦਾ ਡਾਊਨਲੋਡ ਕਰ ਲੈਂਦੇ ਨੇ, ਜੋ 'ਚ ਵੈਸੇ ਸਾਨੂੰ ਪੁੱਛ ਲਿਆ ਨਹੀਂ, ਉਹ ਕੱਲ੍ਹ ਨੂੰ ਪੁੱਛ ਲੈਣਗੇ, ਦੁਬਾਰਾ ਜਵਾਬ ਦੇ ਦੇਣਗੇ ਜਿਹੜਾ ਹੈਗਾ। ਹੁਣ ਸਾਰੇ ਜਿਹੜੇ ਤੁਹਾਡੇ ਆਫਿਸ ਵਗੈਰਾ ਸੀਗੇ ਜਾਂ ਸਾਰੇ ਗੋਲਫ ਆਫਿਸ ਦੇ ਕੁਝ ਡਾਕੂਮੈਂਟ ਜਿਹੜੇ ਸਾਰੇ ਲੀਗਲ ਡਾਕੂਮੈਂਟ ਨੇ ਸਾਡੇ, ਰਜਿਸਟਰੀਆਂ ਵਗੈਰਾ ਸਾਰੀਆਂ ਜਿਹੜੀਆਂ ਆਲਰੇਡੀ ਇਨਕਮ ਟੈਕਸ ਕੋਲ ਅਸੀਂ ਪਹਿਲਾਂ ਹੀ ਦਿੱਤੀਆਂ ਹੋਈਆਂ ਸਾਰੀਆਂ, ਉਹ ਉਹਨਾਂ ਨੇ ਜੋ ਕੋਈ ਦੇਖਣਾ ਦੇਖ ਲੈਣਗੇ, ਉਹਨਾਂ ਨੂੰ ਕਹੇ ਚੈੱਕ ਕਰ ਲਓ। ਹਰਕਿੰਦਰ ਆਪ ਜਾ ਕੇ ਚੈੱਕ ਕਰਾਉਂਦਾ ਸਰ। ਟੋਟਲ ਕਿੰਨੀ ਜਗ੍ਹਾ ਤੇ ਇਹ ਸਾਰੀ ਰੇਡ ਚੱਲ ਰਹੀ ਸੀਗੀ ਤੇ ਹੁਣ ਕਿੰਨੀ ਜਗ੍ਹਾ ਤੇ ਸਾਰੀ ਰੇਡ ਖਤਮ ਹੋ ਚੁੱਕੀ ਤੇ ਹੁਣ ਕਿੱਥੇ ਮਤਲਬ ਕਿ ਇਸ ਟਾਈਮ ਜਿਹੜੀ ਹੈਗੀ ਹਾਲੇ ਵੀ ਜਾਂਚ ਚੱਲ ਰਹੀ ਹੈ? 6 ਜਗ੍ਹਾ ਸੀਗੀ ਤੇ ਮੇਰਾ ਖਿਆਲ ਸਿਰਫ ਗੋਲਫ ਲਿੰਕ ਦਾ ਸਿਰਫ ਆਫਿਸ ਦਾ ਰਹਿ ਗਿਆ ਹੁਣ ਕੰਮ, ਬਾਕੀ ਦਾ ਸਾਰਾ ਕੰਪਲੀਟ ਹੋ ਗਿਆ ਸਾਰਾ। ਇਸ ਰੇਡ ਦੇ ਪਿੱਛੇ ਕਾਰਨ ਕੀ ਲੱਗਦਾ ਵਾ ਤੁਹਾਨੂੰ ਕਿ ਮਤਲਬ ਕਿ ਕਿਉਂ ਰੇਡ ਤੁਹਾਡੇ ਤੇ ਕੀਤੀ ਗਈ? ਦੇਖੋ, ਉਹਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ। ਅਸੀਂ ਕਿਸਾਨੀ ਨਾਲ ਵੀ ਜੁੜੇ ਹੋਏ ਹਾਂ, ਆਪ ਕਿਸਾਨ ਆ, ਸੰਘਰਸ਼ ਨਾਲ ਵੀ ਜੁੜੇ ਹੋਏ ਹਾਂ, ਕਿਸਾਨਾਂ ਦੀ ਮਦਦ ਵੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਡਟ ਕੇ ਕਰਾਂਗੇ। ਸੋ ਠੀਕ ਆ, ਅਸੀਂ ਆਪਣੇ ਅਸੂਲਾਂ 'ਤੇ ਚੱਲ ਰਹੇ ਹਾਂ, ਉੱਥੇ ਚੱਲਾਂਗੇ। ਅੱਗੇ ਬਾਈ ਇਲੈਕਸ਼ਨ ਦੇ ਵਿੱਚ ਵੀ ਸਰਕਾਰ ਨੇ ਬੜੀਆਂ ਧਮਕੀਆਂ ਦਿੱਤੀਆਂ ਤੇ ਉਦੋਂ ਵੀ ਅਸੀਂ ਕੋਈ ਪਰਵਾਹ ਨਹੀਂ ਕੀਤੀ
ਤੇ ਹੁਣ ਕੇਂਦਰ ਦੀ ਸਰਕਾਰ ਆ ਚਾਹੇ ਉਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿੱਥੇ ਸਾਡਾ ਸਟੈਂਡ ਆ, ਅਸੀਂ ਪਹਿਲੇ ਦਿਨ ਤੋਂ ਹੀ ਜਿੱਦਣ ਦੇ ਆਰਡੀਨੈਂਸ ਆਏ ਆ ਇਹਦਾ ਵਿਰੋਧ ਕਰ ਰਹੇ ਆ। ਕਾਨੂੰਨ ਬਣੇ ਫਿਰ ਵੀ ਵਿਰੋਧ ਕੀਤਾ ਤੇ ਆਉਣ ਵਾਲੇ ਸਮਝ ਵੀ ਕਰਦੇ ਰਹਾਂਗੇ ਜਦ ਤੱਕ ਇਹ ਰੱਦ ਨਹੀਂ ਹੋ ਜਾਂਦੇ। ਤੁਹਾਨੂੰ ਕਿਉਂ ਇਸ ਤਰ੍ਹਾਂ ਕਿਉਂ ਲੱਗ ਰਿਹਾ ਕਿ ਕਿਸਾਨਾਂ ਦੇ ਨਾਲ ਤੁਸੀਂ ਪਹਿਲੇ ਦਿਨ ਤੋਂ ਚੱਲ ਰਹੇ ਹੋ, ਕਿਉਂਕਿ ਖੁਦ ਵੀ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਹੋ, ਤੇ ਹੁਣ ਇਸ ਰੇਟ ਦੇ ਪਿੱਛੇ ਇੱਕ ਇਹ ਵੀ ਕਾਰਨ ਹੋ ਸਕਦਾ ਵਾ? ਦੇਖੋ, ਸੈਂਟਰ ਦੀਆਂ ਜਿੰਨੀਆਂ ਏਜੰਸੀਆਂ ਨੇ, ਇਹ ਜਦੋਂ ਦਾ ਇਹ ਪਿਛਲੇ ਤਕਰੀਬਨ 1.5 ਸਾਲ ਤੋਂ ਜਿਹੜਾ ਵੀ ਬੰਦਾ ਕੋਈ ਬੋਲਣ ਲੱਗਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਇਸ ਲਈ ਇਹਦੇ ਨਾਲ ਨਾ ਤਾਂ ਕੋਈ ਹਜੇ ਤੱਕ ਕਿਸਾਨ ਪਿੱਛੇ ਹਟਿਆ ਨਾ ਦਬੇ। ਇਸੇ ਕਰਕੇ ਸਾਰਾ ਅੱਜ ਪੰਜਾਬ ਦਾ ਕਿਸਾਨ ਕੀ ਸਾਰਾ ਪੰਜਾਬ ਹੀ ਕੇਂਦਰ ਸਰਕਾਰ ਦੇ ਖਿਲਾਫ ਆ। ਸੋ ਧੱਕੇ ਨਾਲ ਇਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ, ਤੁਸੀਂ ਪਿਆਰ ਨਾਲ ਜੋ ਮਰਜ਼ੀ ਕਰਾ ਲਓ। ਸੋ ਇਸ ਲਈ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨੀ ਨਾਲ ਜੁੜੇ ਹੋਏ ਆ। ਸਾਡਾ ਸਾਰਾ ਪਿੰਡ ਕਿਸਾਨੀ ਨਾਲ ਜੁੜਿਆ, ਸਾਰਾ ਪਿੰਡ ਇੱਥੇ ਹਾਜ਼ਰ ਆ ਤੇ ਅਸੀਂ ਇਸ ਚੀਜ਼ ਨਾਲ ਜੁੜੇ ਆ ਤੇ ਜੁੜੇ ਰਵਾਂਗੇ ਆਉਣ ਵਾਲੇ ਸਮੇਂ। ਠੀਕ ਆ, ਅਸੀਂ ਬਿਜ਼ਨਸ ਦੇ ਵਿੱਚ ਆ ਗਏ ਆ, ਲੇਕਿਨ ਉਹ ਵੀ ਸਾਡਾ ਬਿਜ਼ਨਸ ਵੀ ਸਾਡਾ ਸਾਰਾ ਕਿਸਾਨਾਂ ਨਾਲ ਜੁੜਿਆ। ਠੀਕ ਆ, ਪਲਾਟ ਹੋਲਡਰ ਸ਼ਹਿਰ ਦੇ ਲੋਕ ਲੈਂਦੇ ਆ, ਲੇਕਿਨ ਜ਼ਮੀਨਾਂ ਤਾਂ ਕਿਸਾਨਾਂ ਦੀਆਂ ਨੇ ਨਾ। ਅਕਸਰ ਉਹ ਵੀ ਅੱਗੇ ਜਾ ਕੇ ਜ਼ਮੀਨਾਂ ਖਰੀਦਦੇ ਨੇ, ਹੋਰ ਕਾਮਯਾਬ ਹੋ ਰਹੇ ਨੇ। ਸੋ ਉਹਨਾਂ ਨਾਲ ਸਾਰੇ ਜੁੜੇ ਆ, ਲੇਕਿਨ ਸਾਡਾ ਪਿੰਡ ਤੇ ਅਸੀਂ ਖੇਤੀ ਨਾਲ ਜੁੜੇ ਹੋਏ ਆ। ਅੱਜ ਵੀ ਸਾਰੇ ਖੇਤੀ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਵਾਂਗੇ। ਤੁਹਾਨੂੰ ਲੱਗਦਾ ਜਿਵੇਂ ਕਿਸਾਨੀ ਨਾਲ ਤੁਸੀਂ ਕਿਸਾਨਾਂ ਦਾ ਵੱਡਾ ਸਾਥ ਦਿੱਤਾ, ਇਸ ਕਰਕੇ ਇਹ ਇੱਕ ਤਰ੍ਹਾਂ ਦਾ ਕਾਰਨ ਹੋ ਸਕਦਾ, ਪਰ ਜਿਹੜਾ ਹੈਗਾ ਕਲੋਨਾਈਜ਼ਰ ਲੁਧਿਆਣਾ ਦੇ ਵਿੱਚ ਇੱਕ ਹੋਰ ਕਲੋਨਾਈਜ਼ਰ ਦੇ ਵੀ ਸਾਰੇ ਪਰਮਿਟ ਤੇ ਕੱਲ ਤੋਂ ਹੀ ਰੇਟ ਚੱਲ ਰਹੀ ਹੈ। ਕੀ ਲੱਗਦਾ ਕਿ ਹਾਂ ਵੀ ਇਹ ਕਲੋਨਾਈਜ਼ਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਤੁਸੀਂ ਕਿਸਾਨਾਂ ਦਾ ਸਾਥ ਦਿੱਤਾ ਇਸ ਕਰਕੇ ਤੁਹਾਡੇ ਤੇ ਰੇਟ ਹੋਈ ਹੈ? ਜਿਹੜੇ ਦੂਸਰਾ ਉਹ ਵੀ ਕਿਸਾਨ ਹੀ ਆ। ਜਿਹੜੇ ਕਿਸਾਨ ਐਜ਼ ਏ ਕਲੋਨਾਈਜ਼ਰ ਕੰਮ ਕਰ ਰਹੇ ਆ ਨਾ, ਉਹਨਾਂ ਨੂੰ ਹੀ ਤੰਗ ਕਰਦੇ ਨੇ ਵੀ ਇਹ ਕਿਉਂ ਬਿਜ਼ਨਸ 'ਚ ਆ ਗਏ ਨਾ, ਵੀ ਇਹ ਤਾਂ ਖੇਤੀ ਕਰਦੇ ਸੀ, ਇਹ ਬਿਜ਼ਨਸ ਕਿਉਂ ਕਰਨ ਲੱਗੇ ਹੁਣ। ਉਹ ਵੀ ਬਹੁਤ ਵਧੀਆ ਬਿਜ਼ਨਸ ਕਰ ਰਹੇ ਆ, ਬੜਾ ਸਾਫ਼ ਸੁਥਰਾ ਬਿਜ਼ਨਸ ਕਰ ਰਹੇ ਆ ਤੇ ਆਪ ਉਹ ਵੀ ਕਿਸਾਨ ਨੇ। ਜਗਜੀਤ ਸਿੰਘ ਗਰੇਵਾਲਾ ਜਿਹੜਾ ਬਹੁਤ ਵਧੀਆ ਉਹਨਾਂ ਦਾ ਕਾਰੋਬਾਰ ਹੈਗਾ, ਬਹੁਤ ਵਧੀਆ ਸਾਫ਼ ਸੁਥਰਾ ਕੰਮ ਆ ਪੂਰਾ ਨਾ। ਸੋ ਠੀਕ ਆ, ਕਰਨ ਦਿਓ, ਕੋਈ ਪਰਵਾਹ ਨਹੀਂ। ਉਹ ਵੀ ਆਪ ਦਾ ਡਟ ਕੇ ਨਾਲ ਕਿਸਾਨੀ ਦਾ ਉਹ ਵੀ ਸਾਥ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਦੇਣਗੇ। ਤੇ ਲਗਾਤਾਰ ਪਿਛਲੇ ਕੱਲ ਸਵੇਰ ਤੋਂ 6 ਵਜੇ ਤੋਂ ਰੇਟ ਚੱਲੀ ਸੀਗੀ, ਕਿੰਨੇ ਕੋ ਟੋਟਲ ਜਿਹੜਾ ਕਿੰਨਾ ਕੋ ਸਟਾਫ ਸੀਗਾ, ਕਿੰਨੇ ਕੋ ਪਰਸਨ ਸੀਗੇ, ਕਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਰਿਹਾ? 70-80 ਜਾਣੇ ਹੋਣਗੇ ਮੁਲਾਜ਼ਮ, ਟੋਟਲ 100 ਤੱਕ ਹੋਊਗਾ। ਤੇ ਠੀਕ ਨਹੀਂ, ਬਹੁਤ ਵਧੀਆ ਸੀ। ਉਹ ਤਾਂ ਕੀ ਸਾਨੂੰ ਪਤਾ ਹੀ, ਅਸੀਂ ਅੱਗੇ ਵੀ 99 'ਚ ਵੀ ਹੋਈ ਆ। ਆਪਣਾ ਹੁੰਦਾ ਵੀ ਇਹਨਾਂ ਨੂੰ ਸਹਿਯੋਗ ਦਿਓ ਪੂਰਾ, ਵੀ ਜੋ ਉਹਨਾਂ ਨੇ ਆਪ ਇਹ ਦੇਖੋ ਇਹ ਟੀਮ ਨੇ ਸਰਚ ਕਰਨੀ ਹੁੰਦੀ ਆ। ਉਸ ਤੋਂ ਬਾਅਦ ਅਗਲੀ ਜਿਹੜੀ ਹੈਗੀ ਆ ਉਹਨਾਂ ਨੇ ਤੋਂ ਸਵਾਲ ਜਵਾਬ ਕਰਨੇ ਹੁੰਦੇ ਆ। ਉਹ ਜਦੋਂ ਆਪਣਾ ਸਹੀ ਆਪਾਂ ਨੂੰ ਕੀ ਪ੍ਰਭਾਵ ਵੀ ਭਾਈ ਜੋ ਕਰਨਾ ਕਰੋ, ਅਸੀਂ ਆਪਣਾ ਲੈ ਕੇ ਆਪਣਾ ਡਾਕੂਮੈਂਟ ਤੇ ਅਸੀਂ ਤੁਹਾਡਾ ਸਹਿਯੋਗ ਪੂਰਾ ਦੇ ਰਹੇ ਹਾਂ ਤੇ ਦਿੱਤਾ ਪੂਰਾ ਸਹਿਯੋਗ। ਖਾਣਾ ਪੀਣਾ ਸਾਰਾ, ਰਹਿਣ ਦਾ ਪ੍ਰਬੰਧ ਸਾਰਾ ਕਰਕੇ ਰੱਖਿਆ ਸੀ ਉਹਨਾਂ ਦਾ। ਬਿਹੇਵ ਕਿਸ ਤਰ੍ਹਾਂ ਦਾ ਸੀਗਾ, ਕਿਉਂਕਿ ਲਗਾਤਾਰ ਕੋਈ ਘਰ ਦੇ ਵਿੱਚ ਤੁਸੀਂ ਸੀਗੇ, ਸਾਰੇ ਫੈਮਿਲੀ ਮੈਂਬਰ ਸੀਗੇ ਕਿ ਜਿਵੇਂ ਅਕਸਰ ਰੇਟਸ ਦੇ ਵਿੱਚ ਗੈਸਟ ਹਾਊਸ ਠਹਿਰੇ ਹੋਏ ਸੀ। ਉਹਨਾਂ ਨੇ ਫੋਨ ਸਾਡੇ ਲੈ ਲਏ ਨੇ ਤੇ ਉਸ ਤੋਂ ਬਾਅਦ ਫ੍ਰੀ ਸੀ। ਅਸੀਂ ਉਹਨਾਂ ਫੋਨ ਚਾਹੀਦੇ ਸੀ ਵੀ ਤੁਸੀਂ ਬਾਹਰ ਨਹੀਂ ਜਾਣਾ, ਆਪਦਾ ਘਰ 'ਚ ਮਰਜ਼ੀ ਰਹੋ। ਇੱਕ ਵਾਰ ਉਹਨਾਂ ਨੇ ਜੋ ਡਾਕੂਮੈਂਟ ਚਾਹੀਦੇ ਸੀ ਲੈ ਕੇ ਆਪਦੇ ਸਰਚ ਕਰ ਰਹੇ ਸੀਗੇ, ਬਸ ਠੀਕ ਆ। ਹੁਣ ਕੋਈ ਡਾਕੂਮੈਂਟ ਸੀਜ਼ ਕੀਤਾ ਜਾਂ ਕੋਈ ਮਤਲਬ ਕਿ ਕੋਈ ਸਰੈਂਡਰ ਵਗੈਰਾ ਤੁਸੀਂ ਇਸ ਟੀਮ ਦੇ ਅੱਗੇ ਕੀਤਾ ਵਾ? ਕੋਈ ਸਰੈਂਡਰ ਨਹੀਂ ਹੈਗਾ, ਉਹਦੀ ਜਾਂਚ ਜਿਹੜੀ ਕਰਨੀ ਕਰ ਲੈਣ। ਹਾਂ, ਕੋਈ ਸਰੈਂਡਰ ਨਹੀਂ ਹੈਗਾ, ਸਾਰੇ ਪਹਿਲਾਂ ਹੀ ਡਿਕਲੇਅਰਡ ਆ, ਸਾਰਾ ਕੁਝ ਸਰੈਂਡਰ ਕਰਨਾ ਪਹਿਲਾਂ ਉਹਨਾਂ ਕੋਲ ਪਹਿਲਾਂ ਦਿੱਤਾ ਹੋਇਆ ਸਾਰਾ ਇਨਕਮ ਟੈਕਸ ਡਿਪਾਰਟਮੈਂਟ ਨੂੰ। ਕੀ ਲੱਗਦਾ ਕਿ ਮਤਲਬ ਕਿ ਕਿਉਂ, ਮਤਲਬ ਕਿ ਕਾਰਨਾਂ ਦੇ ਵਿੱਚ ਕੋਈ ਲਗਾਤਾਰ ਉਹੀ ਦੱਸ ਸਕਦੇ ਆ। ਹੁਣ ਅਸੀਂ ਤਾਂ ਤੁਹਾਨੂੰ ਦੱਸਦਾ ਵੀ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ, ਬਿਜ਼ਨਸ ਕਰਦੇ ਆ ਐਜ਼ ਏ ਕਲੋਨਾਈਜ਼ਰ ਆਪਦੇ ਇਸ ਇਲਾਕੇ ਦੇ ਵਿੱਚ, ਬੜਾ ਸਾਫ਼ ਸੁਥਰਾ ਤੇ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਆ, ਲੋਕਾਂ ਨਾਲ ਖੜੇ ਆ, ਹਰ ਇੱਕ ਦਾ ਡਟ ਕੇ ਸਾਥ ਦਿੰਦੇ ਆ, ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਨਾ। ਕੋਈ ਸਾਨੂੰ ਕੋਈ ਲਾਲਚ ਨਹੀਂ, ਪਰਮਾਤਮਾ ਦਾ ਬੜਾ ਕੁਝ ਦਿੱਤਾ ਹੋਇਆ। ਪੈਸਾ ਕਮਾਉਣਾ ਸਾਡਾ ਏਜੰਡਾ ਨਹੀਂ ਹੈਗਾ, ਕਿਉਂਕਿ ਦੇਖੋ ਜਦੋਂ ਪਹਿਲਾਂ ਇਹ ਆਏ ਆ ਨਾ ਇਨਕਮ ਟੈਕਸ ਵਾਲੇ, ਉਹ ਤਾਂ ਇਹ ਹੁੰਦਾ ਸੀ ਵੀ ਜਦ ਕਿਸਾਨਾਂ ਕੋਲ ਵੀ ਆਉਣ ਲੱਗੇ ਇਨਕਮ ਟੈਕਸ ਵਾਲੇ, ਸਾਡੇ ਪਿੰਡ 'ਚ ਸ਼ਹਿਰ 'ਚ ਹੈ ਤਾਂ ਹੀ ਇਹ ਨਹੀਂ ਕਿਸਾਨਾਂ ਦੇ ਕਿੱਥੇ ਕੋਈ ਆਉਂਦੇ ਹੁੰਦੇ ਸੀਗੇ। ਠੀਕ ਆ, ਕਿਸਾਨੀ ਦੇ ਨਾਲ ਤੁਹਾਡਾ ਜਿਹੜਾ ਹੈਗਾ ਪਰਿਵਾਰ ਬਿਜ਼ਨਸਮੈਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਤੇ ਐਜ਼ ਏ ਰਾਜਨੀਤਿਕ ਤੌਰ ਤੇ ਵੀ ਤੁਹਾਡਾ ਕਾਫੀ ਜਿਹੜਾ ਹੈਗਾ ਪ੍ਰਭਾਵ ਮੰਨਿਆ ਜਾਂਦਾ। ਕੀ ਕਾਰਨ ਲੱਗਦਾ ਕਿ ਹਾਂ ਵੀ ਇਹ ਸਾਰਾ ਜਿਹੜਾ ਤਿੰਨੋਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰਾ ਰੇਟ ਦੇ ਪਿੱਛੇ ਕਾਰਨ ਹੋ ਸਕਦਾ? ਜਿਹੜਾ ਵੀ ਬੰਦਾ ਕੋਈ ਤਰੱਕੀ ਕਰੂਗਾ ਉਹਨੂੰ ਸਮੱਸਿਆਵਾਂ ਥੋੜੀ ਮੋਟੀ ਤਾਂ ਆਉਂਦੀਆਂ ਰਹਿੰਦੀਆਂ ਨੇ। ਅਸੀਂ 3 ਖੇਤਰ ਨੇ ਸਾਡੇ, ਕਿਸਾਨੀ ਆ, ਬਿਜ਼ਨਸ ਆ ਤੇ ਰਾਜਨੀਤੀ ਆ। ਤਿੰਨਾਂ ਦੇ ਵਿੱਚ ਹੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵੀ ਕਰਦੇ ਰਹਾਂਗੇ। ਕੋਈ ਵੀ ਗੱਲ ਹੁੰਦੀ ਹੈ, ਕੋਈ ਪਰਵਾਹ ਨਹੀਂ, ਕੋਈ ਗੱਲ ਨਹੀਂ, ਤਾਂ ਚੱਲਦੀਆਂ ਰਹਿੰਦੀਆਂ। ਜਿਹੜਾ ਬੰਦਾ ਅੱਗੇ ਵਧੂਗਾ ਉਹਨੂੰ ਥੋੜੀ ਮੋਟੀਆਂ ਪ੍ਰੋਬਲਮ ਤਾਂ ਆਉਂਦੀਆਂ ਹੀ ਨੇ। ਸੋ ਇਸ ਲਈ ਕੋਈ ਗੱਲ ਨਹੀਂ, ਤੇ ਜਦੋਂ ਆਪਾਂ ਸੱਚੇ ਹਾਂ ਤਾਂ ਪਰਵਾਹ ਕੋਈ ਨਹੀਂ। ਤੁਹਾਨੂੰ ਲੱਗਦਾ ਕਿ ਜਿਹੜੇ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੈਂਟਰ ਪਿਛਲੇ ਸਾਲ ਤੋਂ ਲੱਗ ਰਹੀ ਹੈ ਕੇਂਦਰ ਦੀ ਸਰਕਾਰ, ਪਰ ਇਸ ਚੀਜ਼ ਦਾ ਚਲੋ ਅਸੀਂ ਤਾਂ ਪ੍ਰਭਾਵ ਮੰਨਦੇ ਨਹੀਂ। ਤਾਂ ਇੱਥੇ ਦੀ ਸਰਕਾਰ ਦੀ ਪ੍ਰਵਾਹ ਨਹੀਂ ਮੰਨੀ, ਕੇਂਦਰ ਦੀ ਕੀ ਮੰਨਣੀ ਆ। ਪੰਜਾਬ ਸਰਕਾਰ ਨੇ ਉਦੋਂ ਚੋਣ ਲੜੀ ਆ ਮੇਰੇ ਖਿਲਾਫ, ਉਦੋਂ ਵੀ ਇਹ ਕਹਿੰਦੇ ਸੀ ਅਸੀਂ ਤੁਹਾਡਾ ਜੇ ਕਰ ਦਿਆਂਗੇ ਉਹ ਕਰ ਦਿਆਂਗੇ, ਜਦੋਂ ਚੋਣ ਲੜੋਗੇ ਕੋਈ ਗੱਲ ਨਹੀਂ, ਜੋ ਮਰਜ਼ੀ ਕਰ ਲਿਓ। ਕਿਸਾਨਾਂ ਦਾ ਸਾਥ ਦਿੰਦੇ ਰਹੋਗੇ?
ਹੈ ਹੀ ਜਦੋਂ ਉਹ ਤਾਂ ਪੁੱਛਣ ਵਾਲੀ ਗੱਲ ਹੀ ਨਹੀਂ ਹੈਗੀ। ਹਾਂ ਠੀਕ, ਸਾਰੇ ਕਿਸਾਨ ਹੀ ਖੜੇ ਹੁੰਦੇ। ਜੀ ਬਿਲਕੁਲ ਐ ਸੀਗੇ ਮਨਪ੍ਰੀਤ ਦਿਆਲੀ ਜਿਹੜੇ ਕਹਿੰਦੇ ਨੇ ਕਿ ਲਗਾਤਾਰ ਜਿਹੜੀ ਰੇਡ ਚੱਲ ਰਹੀ ਸੀ ਉਹ ਖਤਮ ਹੋ ਚੁੱਕੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰੈਂਡਰ ਜਿਹੜਾ ਹੈਗਾ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਤੇ ਕੋਈ ਵੀ ਡਾਕੂਮੈਂਟ ਜਾਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਡਿਪਾਰਟਮੈਂਟ ਵੱਲੋਂ ਸੀਜ਼ ਨਹੀਂ ਕੀਤੀ ਗਈ। ਈਵਨ ਦੈਨ ਕਿ ਜਿਹੜੇ ਹੈਗੇ ਆ ਖਾਤੇ ਵੀ ਕੋਈ ਵੀ ਸੀਜ਼ ਨਹੀਂ ਕੀਤਾ ਗਿਆ ਤੇ ਜਿਸ ਪੂਰਾ ਕੋਆਪਰੇਟ ਟੀਮ ਦੇ ਨਾਲ ਕੀਤਾ ਗਿਆ ਤੇ ਟੀਮ ਦਾ ਬਿਹੇਵੀਅਰ ਵੀ ਉਹਨਾਂ ਦੇ ਨਾਲ ਵਧੀਆ ਰਿਹਾ ਵਾ। ਤੇ ਇੱਕ ਵਾਰੀ ਪਹਿਲਾਂ ਵੀ ਰੇਡ ਹੋ ਚੁੱਕੀ ਹੈ ਪਰ ਜਿਹੜੇ ਹੈਗੇ ਉਦੋਂ ਵੀ ਇਸ ਰੇਡ ਦੇ ਵਿੱਚ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ ਸੀ ਤੇ ਇਸ ਰੇਡ ਦੇ ਵਿੱਚ ਵੀ ਇਸ ਜਾਂਚ ਦੇ ਵਿੱਚ ਵੀ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਜਿਹੜਾ ਹੈਗਾ ਆਪੱਤੀਜਨਕ ਹੋਵੇ। ਤੇ ਦੂਜੇ ਪਾਸੇ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕਰਦੇ ਆ ਰਹੇ ਨੇ ਕਿ ਇੱਕ ਸੈਂਟਰਲ ਏਜੰਸੀਆਂ ਜਿਹੜੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਨੇ, ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਨੇ, ਉਹਨਾਂ ਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਜ਼ਰੂਰ ਕਰ ਰਹੀਆਂ ਵਾ ਸੈਂਟਰਲ ਫੋਰਸਿਸ ਤੇ ਸੈਂਟਰਲ ਏਜੰਸੀਆਂ, ਪਰ ਉਹ ਕਿਸਾਨਾਂ ਦਾ ਸਾਥ ਦਿੰਦੇ ਰਹਿਣਗੇ ਤੇ ਇਸ ਜਾਂਚ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਵਾ, ਕੁਝ ਵੀ ਆਪੱਤੀਜਨਕ ਟੀਮ ਨੂੰ ਨਹੀਂ ਮਿਲਿਆ ਉਹਨਾਂ ਦੇ ਸਾਰੇ ਹੀ ਠਿਕਾਣਿਆਂ ਤੋਂ। ਕੈਮਰਾਮੈਨ ਰੋਹਿਤ ਦੇ ਨਾਲ ਵੇਖਟਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।